A very warm wishes to all of you. Our next topic that is a decentralization and also centralization, where I would like to explain the concept of centralization and decentralization. So in last video ਬੇਟੇ ਅਸੀਂ ਕੀਤਾ ਸੀਗਾ delegation of authority. ਡੀਸੈਂਟਰਲਾਈਜੇਸ਼ਨ ਐਂਡ ਸੈਂਟਰਲਾਈਜੇਸ਼ਨ ਵੀ ਕੁਝ ਉਸੇ ਤਰੀਕੇ ਦੇ ਹੀ ਟੌਪਿਕ ਨੇ ਜਿਨ੍ਹਾਂ ਦੇ ਵਿੱਚ ਅਸੀਂ ਆਪਣੀ ਅਥਾਰਟੀ ਜਿਹੜੀ ਆ ਪਾਸ ਕਰਾਂਗੇ ਟੂ ਦਾ ਲੋਅਰ ਲੈਵਲ ਪੀਪਲ। ਸੈਂਟਰਲਾਈਜੇਸ਼ਨ ਮੀਨਸ ਜਦੋਂ ਅਥਾਰਟੀ ਸਿਰਫ ਇੱਕ ਹੀ ਪਰਸਨ ਕੋਲ ਹੁੰਦੀ ਆ ਅਤੇ ਉਸ ਪਰਸਨ ਨੇ ਸਾਰੇ ਦਾ ਸਾਰਾ ਵਰਕ ਜਿਹੜਾ ਆਪਣੇ ਇੰਪਲਾਈਜ਼ ਕੋ ਕਰਵਾਉਣਾ ਹੁੰਦਾ ਹੈ, ਦੈਟ ਆਰ ਕਾਲਡ ਸੈਂਟਰਲਾਈਜੇਸ਼ਨ। ਬਟ ਡੀਸੈਂਟਰਲਾਈਜੇਸ਼ਨ ਮੀਨਸ ਜਦੋਂ ਟੌਪ ਲੈਵਲ ਮੈਨੇਜਮੈਂਟ ਆਪਣੀ ਅਥਾਰਟੀ ਜਿਹੜੀ ਆ ਉਹ ਮੂਵ ਕਰ ਦਿੰਦੀ ਹੈ ਟੂ ਦਾ ਮਿਡਲ ਲੈਵਲ ਮੈਨੇਜਰ ਆਪਣੀ ਅਥਾਰਟੀ ਮੂਵ ਕਰ ਦਿੰਦੇ ਆ ਟੂ ਦਾ ਲੋਅਰ ਲੈਵਲ ਪੀਪਲ, ਦੈਟ ਆਰ ਕਾਲਡ decentralization. Okay, so meaning of decentralization of authority means dispersal of authority to take decision throughout the organization up to the lower level. Decentralization ਦਾ ਮਤਲਬ ਕੀ ਹੁੰਦਾ ਹੈ ਬੇਟੇ, ਜਦੋਂ dispersal authority ਜਿਹੜੀ ਆ ਉਹ ਲੋਅਰ ਲੈਵਲ ਪੀਪਲ ਤੱਕ ਪਾਸ ਕੀਤੀ ਜਾਂਦੀ ਹੈ ਅਤੇ ਲੋਅਰ ਲੈਵਲ ਪੀਪਲ ਤੱਕ ਕੋਈ ਵੀ ਪਰਸਨ ਆਪਣੇ ਟਾਸਕ ਨੂੰ ਕੰਪਲੀਟ ਕਰਨ ਵਾਸਤੇ ਕਿਸੇ ਵੀ ਤਰੀਕੇ ਦਾ ਡਿਸੀਜ਼ਨ ਜਿਹੜਾ ਉਹ ਖੁਦ ਲੈ ਸਕਦੇ, ਉਹਨਾਂ ਨੂੰ ਹਾਇਰ ਲੈਵਲ ਅੱਪਰ ਲੈਵਲ ਨੂੰ ਮੂਵ ਆਨ ਹੋਣ ਦੀ ਜ਼ਰੂਰਤ ਨਹੀਂ ਪੈਂਦੀ। It implies reservation of some authority with the top level management and transfer rest of the authority to the lower level of organization. Decentralization means reservation of some authority. कुछ part authority ਦਾ ਜਿਹੜਾ organization ਵਾਸਤੇ important ਰਹੇਗਾ ਉਹ part ਜਿਹੜਾ ਆ ਉਹ ਕਦੀ ਵੀ lower level ਨੂੰ ਪਾਸ ਨਹੀਂ ਕਰਦੇ, ਉਸ part ਦੀ authority ਜਿਹੜੀ ਆ ਟੌਪ ਲੈਵਲ ਮੈਨੇਜਮੈਂਟ ਖੁਦ ਰੱਖਦੇ ਨੇ ਔਰ ਜਿਹੜਾ ਉਹਨਾਂ ਨੂੰ ਲੱਗਦਾ ਆ ਕਿ ਜਿਸ ਅਥਾਰਟੀ ਦੇ ਨਾਲ ਲੋਅਰ ਲੈਵਲ ਪੀਪਲ ਨੂੰ ਵਰਕ ਕਰਨ ਦੇ ਵਾਸਤੇ ਈਜ਼ੀ ਰਹੇਗਾ ਉਹ ਅਥਾਰਟੀ ਜਿਹੜੀ ਆ ਉਹ ਲੋਅਰ ਲੈਵਲ ਪੀਪਲਸ ਦੇ ਤੱਕ ਮੂਵ ਔਨ ਕਰ ਦਿੰਦੇ ਨੇ। This empower lower level to take decision regarding problem faced by them without having to go to the upper level. ਇਹਦੇ ਨਾਲ ਹੈਲਪ ਕੀ ਮਿਲਦੀ ਆ ਲੋਅਰ ਲੈਵਲ ਨੂੰ ਕਿ ਉਹ ਖੁਦ ਡਿਸੀਜ਼ਨ ਲੈ ਸਕਦੇ ਆ ਆਪਣੇ ਟਾਸਕ ਨੂੰ ਕੰਪਲੀਟ ਕਰਨ ਵਾਸਤੇ। ਉਹਨਾਂ ਨੂੰ ਕਿਸੇ ਵੀ ਪ੍ਰੋਬਲਮ ਵਾਸਤੇ ਕਿਸੇ ਵੀ ਪ੍ਰੋਬਲਮ ਨੂੰ ਜਦੋਂ ਉਹਨਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਅਤੇ ਉਸ ਵਾਸਤੇ ਉਹਨਾਂ ਨੂੰ ਅੱਪਰ ਲੈਵਲ ਪੀਪਲਸ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ। According to Alien, decentralization refer to systematic effort to delegate to the lowest level all authority except the one which can be exercised at center point. ਐਲੀਅਨ ਕੀ ਕਹਿੰਦੇ ਸੀ ਬੇਟੇ, ਉਹ ਕਹਿੰਦੇ ਸੀ ਕਿ ਡੀਸੈਂਟਰਲਾਈਜੇਸ਼ਨ ਇੱਕ ਸਿਸਟੇਮੈਟਿਕ ਐਫਰਟਸ ਹੁੰਦਾ ਹੈ ਜਿਹਦੇ ਨਾਲ ਅਸੀਂ ਆਪਣੀ ਅਥਾਰਟੀ ਡੈਲੀਗੇਟ ਕਰਦੇ ਹਾਂ ਟੂ ਦਾ ਲੋਅਰ ਲੈਵਲ ਪੀਪਲ, ਬਟ ਸਮ ਐਕਸਟੈਂਡ ਕੁਛ ਪਾਰਟ ਹੀ ਅਸੀਂ ਲੋਅਰ ਲੈਵਲ ਨੂੰ ਡੈਲੀਗੇਟ ਕਰਦੇ ਹਾਂ, ਸਾਰੇ ਦਾ ਸਾਰਾ ਪਾਰਟ ਜਿਹੜਾ ਅਸੀਂ ਉਹ ਲੋਅਰ ਲੈਵਲ ਨੂੰ ਡੈਲੀਗੇਟ ਨਹੀਂ ਕਰਦੇ। ਸੋ ਸੈਂਟਰਲਾਈਜੇਸ਼ਨ ਵਰਸਿਸ ਡੀਸੈਂਟਰਲਾਈਜੇਸ਼ਨ। ਸੈਂਟਰਲਾਈਜੇਸ਼ਨ ਅਤੇ ਡੀਸੈਂਟਰਲਾਈਜੇਸ਼ਨ ਦੋਨੋਂ ਕਨਸੈਪਟ ਬੇਟੇ ਇੱਕ ਦੂਜੇ ਦੇ ਬੇਸ 'ਤੇ ਆ ਅਤੇ ਆਰਗਨਾਈਜੇਸ਼ਨ ਦੇ ਵਿੱਚ ਦੋਨੋਂ ਹੀ ਕਨਸੈਪਟ ਜਿਹੜੇ ਉਹ ਇੰਪੋਰਟੈਂਟ ਹੁੰਦੇ ਨੇ। ਸੈਂਟਰਲਾਈਜੇਸ਼ਨ ਅਥਾਰਟੀ ਰਿਟੇਨ ਐਟ ਟਾਪ ਲੈਵਲ ਮੈਨੇਜਮੈਂਟ। ਸੈਂਟਰਲਾਈਜੇਸ਼ਨ ਦੇ ਵਿੱਚ ਅਥਾਰਟੀ ਓਨਲੀ ਐਂਡ ਓਨਲੀ ਟਾਪ ਲੈਵਲ ਮੈਨੇਜਮੈਂਟ ਕੋ ਹੀ ਰਹਿੰਦੀ ਆ, whereas decentralization means systematic delegation of authority at all level and in all department of the firm needs to balance the two. And decentralization means कि systematically delegate करनी है authority to all the level. Okay, so कुछ पार्ट ਜਿਹੜਾ ਹੈ authority ਦਾ ਉਹ ਅਸੀਂ systematically lower level people ਤੱਕ divide ਕਰ ਦਿੰਦੇ ਹਾਂ। ਫਰਮ ਨੀਡਸ ਟੂ ਬੈਲੈਂਸ the two, ਅਤੇ ਫਰਮ ਨੂੰ ਜ਼ਰੂਰਤ ਹੁੰਦੀ ਹੈ ਕਿ ਇਹਨਾਂ ਦੋਵਾਂ ਦੇ ਵਿੱਚ ਬੈਲੈਂਸ ਬਣਾ ਕੇ ਚੱਲੇ। ਵਿਦਾਊਟ ਸੈਂਟਰਲਾਈਜੇਸ਼ਨ ਵੀ ਅਸੀਂ ਵਰਕ ਨਹੀਂ ਕਰ ਪਾਵਾਂਗੇ ਅਤੇ ਡੀਸੈਂਟਰਲਾਈਜੇਸ਼ਨ ਤੋਂ ਬਿਨਾਂ ਵੀ ਅਸੀਂ ਆਪਣੇ ਟਾਰਗੇਟ ਨੂੰ ਕੰਪਲੀਟ ਨਹੀਂ ਕਰ ਪਾਵਾਂਗੇ। ਦੈਨ ਇਨ ਕੇਸ ਆਫ ਡੀਸੈਂਟਰਲਾਈਜੇਸ਼ਨ ਫਰਮ ਟਾਪ ਲੈਵਲ ਰਿਟੇਨ ਅਥਾਰਟੀ ਫਾਰ। ਡੀਸੈਂਟਰਲਾਈਜੇਸ਼ਨ ਫਰਮ ਦੇ ਕੇਸ ਦੇ ਵਿੱਚ ਬੇਟੇ ਟਾਪ ਲੈਵਲ ਜਿਹੜੀ ਮੈਨੇਜਮੈਂਟ ਆ ਉਹ ਰਿਟੇਨ ਕਰ ਦਿੰਦੀ ਆ ਆਪਣੀ ਅਥਾਰਟੀ ਟੂ ਦਾ ਲੋਅਰ ਲੈਵਲ ਪੀਪਲ। ਪੋਲਿਸੀ ਐਂਡ ਡਿਸੀਜ਼ਨ ਦਾ ਹੋਲ ਫਾਰਮ, ਕੋਈ ਵੀ ਪਰਸਨ ਹੋਲ ਫਾਰਮ ਦੇ ਵਿੱਚ ਪੋਲਿਸੀ ਅਤੇ ਡਿਸੀਜ਼ਨ ਜਿਹੜੇ ਆ ਉਹਨਾਂ ਨੂੰ ਪ੍ਰੀਪੇਅਰ ਕਰ ਸਕਦਾ ਆ। ਓਵਰਆਲ ਕੰਟਰੋਲ ਐਂਡ ਕੋਆਰਡੀਨੇਸ਼ਨ ਜਿਹੜਾ ਆ ਉਹ ਸਾਡਾ ਟਾਪ ਲੈਵਲ ਮੈਨੇਜਮੈਂਟ ਕੋਲ ਹੀ ਰਹੇਗਾ, ਬਟ ਸਮ ਐਕਸਟੈਂਡ ਕੁਛ ਪਾਰਟ ਤੱਕ ਜਿਹੜੇ ਮਿਡਲ ਲੈਵਲ ਮੈਨੇਜਰ ਆ ਉਹ ਵੀ ਲੋਅਰ ਲੈਵਲ ਮੈਨੇਜਰਸ ਨੂੰ ਕੰਟਰੋਲ ਕਰ ਸਕਦੇ ਆ, ਸੋ ਦੈਟ ਦੇ ਕੈਨ ਕੋਆਰਡੀਨੇਟਲੀ work together for achieving the common goal of the organization.
So middle and lower level have authority to take decision. ਮਿਡਲ ਤੇ ਲੋਅਰ ਲੈਵਲ ਕੋ ਵੀ ਅਥਾਰਟੀ ਹੁੰਦੀ ਹੈ ਕਿ ਉਹ ਕਿਸੇ ਵੀ ਟਾਸਕ ਨੂੰ ਕੰਪਲੀਟ ਕਰਨ ਵਾਸਤੇ ਡਿਸੀਜ਼ਨ ਜਿਹੜੇ ਉਹ ਲੈ ਸਕਦੇ ਆ। ਦੈਨ ਸੈਂਟਰਲਾਈਜੇਸ਼ਨ ਐਂਡ ਡੀਸੈਂਟਰਲਾਈਜੇਸ਼ਨ, ਉਹ ਸੀਗਾ ਸੈਂਟਰਲਾਈਜੇਸ਼ਨ ਵਰਸਸ ਡੀਸੈਂਟਰਲਾਈਜੇਸ਼ਨ। ਨਾਓ ਦਿਸ ਇਜ਼ ਅ ਸੈਂਟਰਲਾਈਜੇਸ਼ਨ ਐਂਡ ਡੀਸੈਂਟਰਲਾਈਜੇਸ਼ਨ, ਦੋਨਾਂ ਦੇ ਵਿੱਚ ਕੀ ਫਰਕ ਹੁੰਦਾ ਹੈ? ਸੈਂਟਰਲਾਈਜੇਸ਼ਨ ਐਂਡ ਡੀਸੈਂਟਰਲਾਈਜੇਸ਼ਨ ਬੋਥ ਰਿਪਰੈਜ਼ੈਂਟ ਦਾ ਪੈਟਰਨ ਆਫ ਅਥਾਰਟੀ, ਦੋਨੋਂ ਹੀ ਪ੍ਰੈਜ਼ੈਂਟ ਕਰਦੇ ਨੇ ਅਥਾਰਟੀ ਦੇ ਪੈਟਰਨ ਨੂੰ ਕਿ ਦੋਨਾਂ ਦੇ ਵਿੱਚ ਅਥਾਰਟੀ ਜਿਹੜੀ ਆ ਉਹ ਡਿਫਰੈਂਟ ਮੈਨੇਜਰਸ ਕੋਲ ਰਹੇਗੀ ਜਾਂ ਨਹੀਂ। ਸੈਂਟਰਲਾਈਜੇਸ਼ਨ ਆਫ ਅਥਾਰਟੀ ਮੀਨ concentration ऑफ पावर ऑफ डिसीजन इन द फ्यू हैंड्स, कुछ ही पीपल्स को अथॉरिटी रहेगी। सेंट्रलाइजेशन मीन कुछ पीपल को अथॉरिटी रहेगी। बट ਡੀਸੈਂਟਰਲਾਈਜੇਸ਼ਨ ਮੀਨਸ ਜਦੋਂ ਮਿਡਲ ਤੇ ਲੋਅਰ ਲੈਵਲ ਮੈਨੇਜਰ ਨੂੰ ਅਥਾਰਟੀ ਪਾਸ ਕਰ ਦਿੱਤੀ ਜਾਏਗੀ, ਦੈਟ ਆਰ ਕਾਲਡ ਡੀਸੈਂਟਰਲਾਈਜੇਸ਼ਨ। नो ऑर्गेनाइजेशन कैन बी कंप्लीटली सेंट्रलाइज और डिसेंट्रलाइजेशन, कोई भी ऑर्गेनाइजेशन जी वो कंप्लीटली सेंट्रलाइज नहीं होएगी तो ना ही कंप्लीटली डिसेंट्रलाइजेशन होएगी। दोनों ही ऑर्गेनाइजेशन को साइड बाय साइड चलना पड़ेगा। दे एग्जिस्ट टुगेदर एंड देर इज़ अ नीड फॉर अ बैलेंस बिटवीन द टू, दोनों इकट्ठियाँ चलदियाँ ने बेटे, तो दोनों दे विच बैलेंस बना के चलना ही एक वधिया ऑर्गेनाइजेशन का वर्क आ। दस एवरी ऑर्गेनाइजेशन इज़ करैक्टराइज्ड बाय बोथ, सारिया ऑर्गेनाइजेशन दे विच सेंट्रलाइजेशन एंड डिसेंट्रलाइजेशन दोनों जिहड़ियां वो चलणगियां। इंपॉर्टेंस ऑफ डिसेंट्रलाइजेशन, इंपॉर्टेंस ऑफ डिसेंट्रलाइजेशन बेटे डेवलप इनिशिएटिव अमंगस्ट सबऑर्ਡੀनेट, ਜਦੋਂ ਅਸੀਂ ਆਪਣੀ ਅਥਾਰਟੀ ਜਿਹੜੀ ਆ ਮੂਵ ਔਨ ਕਰ ਦਾਂਗੇ ਟੂ ਦਾ ਸਬਆਰਡੀਨੇਟ, ਅਤੇ ਉਹਨਾਂ ਦੇ ਵਿੱਚ ਇੱਕ ਪਾਰ ਆ ਜਾਏਗੀ, ਉਹਨਾਂ ਦੇ ਵਿੱਚ ਇੱਕ ਕੌਨਫੀਡੈਂਸ ਹੋਏਗਾ ਕਿ ਸਾਨੂੰ ਅਸੀਂ ਕਿਸੇ ਵੀ ਲੈਵਲ 'ਤੇ ਆਪਣਾ ਡਿਸੀਜ਼ਨ ਜਿਹੜਾ ਆ ਉਹਨੂੰ ਲੈ ਕੇ ਅਤੇ ਆਪਣਾ ਟਾਸਕ ਜਿਹੜਾ ਕੰਪਲੀਟ ਕਰਨਾ ਹੈ, ਸੋ ਦੈਟ ਕਿ ਅਸੀਂ ਦੂਸਰੇ ਪਰਸਨ ਨਾਲੋਂ ਬੈਟਰ ਵਰਕ ਕਰ ਸਕੀਏ। ਨੈਕਸਟ ਕੁਇਕ ਐਂਡ ਬੈਟਰ ਡਿਸੀਜ਼ਨ, ਜਿਹਦੇ ਨਾਲ ਬੇਟੇ ਉਹਨਾਂ ਨੂੰ ਆਪਣੇ ਵਰਕ ਦੇ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਪਈ ਆ ਉਸ ਵਾਸਤੇ ਉਹਨਾਂ ਨੂੰ ਆਪਣੇ ਅੱਪਰ ਲੈਵਲ ਪੀਪਲਸ ਕੋਲ, ਅੱਪਰ ਲੈਵਲ ਮੈਨੇਜਮੈਂਟ ਕੋਲ ਨਹੀਂ ਜਾਣਾ ਪੈਂਦਾ। ਉਹ ਖੁਦ ਡਿਸੀਜ਼ਨ ਲੈਂਦੇ ਨੇ, ਆਪਣੀ ਕ੍ਰੀਏਟੀਵਿਟੀ ਯੂਜ਼ ਕਰਦੇ ਨੇ, ਆਪਣੀਆਂ ਸਕਿੱਲਸ ਯੂਜ਼ ਕਰਦੇ ਨੇ, ਸੋ ਦੈਟ ਦੇ ਪਰਫਾਰਮ ਵੈਲ ਇਨ ਦਾ ਆਰਗੇਨਾਈਜੇਸ਼ਨ। ਓਕੇ, ਅਤੇ ਜਿਹਦੇ ਨਾਲ ਉਹਨਾਂ ਨੂੰ ਕੁਇਕਲੀ ਡਿਸੀਜ਼ਨ ਜਿਹੜੇ ਉਹ ਲੈ ਸਕਦੇ ਨੇ ਅਤੇ ਆਪਣਾ ਟਾਈਮ 'ਤੇ ਵਰਕ ਜਿਹੜਾ ਉਹ ਕੰਪਲੀਟ ਕਰ ਸਕਦੇ ਨੇ। ਰਿਲੀਵ ਦ ਟਾਪ ਐਗਜ਼ੀਕਿਊਟਿਵ ਫॉर ਐਕਸੈਸ ਵਰਕਲੋਡ, ਅਗਰ ਡੀਸੈਂਟਰਲਾਈਜੇਸ਼ਨ ਹੋ ਜਾਂਦੀ ਆ, ਕੁਛ ਹੀ ਪਾਰਟ ਜਿਹੜਾ ਆ ਉਹ ਸਾਡੇ ਟਾਪ ਲੈਵਲ ਮੈਨੇਜਮੈਂਟ ਕੋਲ ਰਹਿੰਦਾ ਆ, ਬਟ ਜਿਹੜਾ ਜ਼ਿਆਦਾ ਪਾਰਟ ਆ ਉਹ ਡੀਸੈਂਟਰਲਾਈਜੇਸ਼ਨ ਕਰ ਦਿੱਤਾ ਜਾਂਦਾ ਹੈ ਟੂ ਦਾ ਮਿਡਲ ਐਂਡ ਲੋਅਰ ਲੈਵਲ, ਅਤੇ ਉਹਦੇ ਨਾਲ ਜਿਹੜੀ ਸਾਡੀ ਟਾਪ ਲੈਵਲ ਐਗਜ਼ੀਕਿਊਟਰ ਨੇ, ਟਾਪ ਲੈਵਲ ਮੈਨੇਜਮੈਂਟ ਨੇ, ਬੋਰਡ ਆਫ ਡਾਇਰੈਕਟਰਸ ਨੇ, CEOs ਨੇ, ਉਹਨਾਂ ਕੋਲ ਵਰਕਲੋਡ ਜਿਹੜਾ ਉਹ ਘੱਟ ਜਾਂਦਾ ਆ। ਓਕੇ, ਅਤੇ ਜਿਹਦੇ ਨਾਲ ਉਹ ਇੰਪੋਰਟੈਂਟ ਪਾਰਟਸ ਦੇ ਉੱਪਰ ਜ਼ਿਆਦਾ ਵਰਕ ਹਾਰਡ ਕਰਕੇ ਆਰਗੇਨਾਈਜੇਸ਼ਨ ਦੇ ਟਾਰਗੇਟ ਨੂੰ ਕੰਪਲੀਟ ਕਰ ਸਕਦੇ ਨੇ। ਮੈਨੇਜੀਰੀਅਲ ਡਿਵੈਲਪਮੈਂਟ, ਜਦੋਂ ਅਸੀਂ ਇੰਡੀਵਿਜੂਅਲ ਨੂੰ ਅਥਾਰਟੀ ਦਿੰਦੇ ਹਾਂ ਅਤੇ ਇਹਦੇ ਨਾਲ ਬੇਟੇ ਇੰਡੀਵਿਜੂਅਲ ਦੀ ਹੀ ਡਿਵੈਲਪਮੈਂਟ ਹੁੰਦੀ ਆ, ਹਰ ਇੱਕ ਪਰਸਨ ਦੀ ਆਰਗੇਨਾਈਜੇਸ਼ਨ ਦੇ ਵਿੱਚ ਡਿਵੈਲਪਮੈਂਟ ਹੁੰਦੀ ਆ, ਜਿਹਦੇ ਨਾਲ ਇੱਕ 1 ਬਾਏ 1 ਜਦੋਂ ਪਰਸਨ ਦੀ ਡਿਵੈਲਪਮੈਂਟ ਹੋਈ ਗਈ, ਉਹਨਾਂ ਨੂੰ ਪਤਾ ਚੱਲਦਾ ਗਿਆ ਕਿ ਕਿਸ ਤਰੀਕੇ ਨਾਲ ਆਪਣਾ ਕੰਮ ਕਰਨਾ, ਅਤੇ ਉਹਦੇ ਨਾਲ ਹੀ ਸਾਡੀ ਜਿਹੜੀ ਆਰਗੇਨਾਈਜੇਸ਼ਨ ਆ ਉਹ ਵੀ ਡਿਵੈਲਪ ਹੁੰਦੀ ਆ, ਮਤਲਬ ਮੈਨੇਜੀਰੀਅਲ ਡਿਵੈਲਪਮੈਂਟ ਜਿਹੜੀਆਂ ਉਹ ਆ ਜਾਂਦੀਆਂ, ਸੋ ਕਿ ਬਹੁਤ ਸਾਰੇ ਪੀਪਲ ਖੁਦ ਡਿਸੀਜ਼ਨ ਲੈ ਕੇ ਵਰਕ ਕਰਨਾ ਸਿੱਖ ਜਾਂਦੇ ਨੇ। ਐਂਡ ਲਾਸਟ ਦੈਟ ਇਜ਼ ਅ ਬੈਟਰ ਕੰਟਰੋਲ, ਜਦੋਂ ਹਰ ਇੱਕ ਪਰਸਨ ਨੂੰ ਪਤਾ ਹੋਏਗਾ ਨਾ ਕਿ ਮੈਂ ਆਪਣਾ ਕੰਮ ਜਿਹੜਾ ਟਾਈਮ 'ਤੇ ਕੰਪਲੀਟ ਕਰਨਾ ਹੈ ਅਤੇ ਖੁਦ ਇਹ 'ਚ ਸਕਿੱਲ ਕ੍ਰੀਏਟੀਵਿਟੀਜ਼ ਯੂਜ਼ ਕਰਨੀਆਂ ਆ, ਅਤੇ ਉਹ ਹਰ ਇੱਕ ਐਕਟੀਵਿਟੀ ਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਕੰਪਲੀਟ ਕਰਨਗੇ, ਜਿਹਦੇ ਨਾਲ ਆਰਗੇਨਾਈਜੇਸ਼ਨ ਦੇ ਵਿੱਚ ਬੈਟਰ ਕੰਟਰੋਲ ਬਣਿਆ ਰਹਿੰਦਾ ਆ। ਐਂਡ ਦ ਲਾਸਟ ਟੋਪਿਕ ਦੈਟ ਇਜ਼ ਅ ਡਿਫਰੈਂਸ ਬਿਟਵੀਨ ਡੈਲੀਗੇਸ਼ਨ ਐਂਡ ਡੀਸੈਂਟਰਲਾਈਜੇਸ਼ਨ, ਜਿੱਥੇ ਬੇਟੇ ਅਸੀਂ ਪੜ੍ਹਿਆ ਹੀ ਡੈਲੀਗੇਸ਼ਨ ਦਾ ਕੀ ਮਤਲਬ ਹੁੰਦਾ ਆ, ਅਥਾਰਟੀ ਨੂੰ ਡਿਵਾਈਡ ਕਰਨਾ from superior to subordinate. Okay, but decentralization means authority divide from top level to middle level to lower level. So nature ਕੀ ਹੈ ਬੇਟੇ, delegation it is a compulsory act, ਡੈਲੀਗੇਸ਼ਨ ਹਰ ਇੱਕ ਪਰਸਨ ਨੂੰ ਕਰਨੀ ਹੀ ਪੈਂਦੀ ਆ, ਹਰ ਸੁਪੀਰੀਅਰ ਆਪਣੇ ਸਬਆਰਡੀਨੇਟ ਨੂੰ ਅਥਾਰਟੀ ਪਾਸ ਕਰਦਾ ਆ। ਵੇਅਰਐਜ਼ ਡੀਸੈਂਟਰਲਾਈਜੇਸ਼ਨ ਇਟ ਇਜ਼ ਐਨ ਆਪਸ਼ਨਲ ਪਾਲਿਸੀ, ਅਗਰ ਟਾਪ ਲੈਵਲ ਮੈਨੇਜਮੈਂਟ ਚਾਹੇ ਤਾਂ ਉਹ ਡੀਸੈਂਟਰਲਾਈਜੇਸ਼ਨ ਕਰੇ, ਅਗਰ ਨਹੀਂ ਚਾਹੇ ਤਾਂ ਉਹ ਜ਼ਰੂਰੀ ਨਹੀਂ ਹੈ ਕਿ ਡੀਸੈਂਟਰਲਾਈਜੇਸ਼ਨ ਆਰਗੇਨਾਈਜੇਸ਼ਨ ਦੇ ਵਿੱਚ ਹੋਣੀ ਹੀ ਚਾਹੀਦੀ ਹੈ। And in freedom of action, delegation less freedom to take decision due to more control by the superior. ਹੁਣ ਇਹਦੇ ਵਿੱਚ ਜ਼ਿਆਦਾ ਕੰਟਰੋਲ ਸੁਪੀਰੀਅਰ ਦਾ ਹੁੰਦਾ ਆ,
ਤੇ ਸਬਆਰਡੀਨੇਟ ਨੂੰ ਜ਼ਿਆਦਾ ਫਰੀडम ਨਹੀਂ ਹੁੰਦੀ ਕਿ ਉਹ ਡਿਸੀਜ਼ਨ ਜਿਹੜੇ ਲੈ ਸਕਣ। ਵੇਅਰ ਐਸ ਡੀਸੈਂਟਰਲਾਈਜੇਸ਼ਨ ਦੇ ਵਿੱਚ ਮੈਨੇਜਮੈਂਟ ਦਾ ਕੰਟਰੋਲ ਘੱਟ ਹੁੰਦਾ ਹੈ ਤੇ ਉਹ ਈਜ਼ੀਲੀ ਆਪਣੇ ਡਿਸੀਜ਼ਨ ਜਿਹੜੇ ਉਹ ਲੈ ਸਕਦੇ ਆ। ਥਰਡ ਸਟੇਟਸ, ਇਟ ਇਜ਼ ਅ ਪ੍ਰੋਸੈਸ ਆਫ ਸ਼ੇਅਰਿੰਗ ਟਾਸਕ ਐਂਡ ਅਥਾਰਟੀ। ਬੇਟੇ ਡੈਲੀਗੇਸ਼ਨ ਪ੍ਰੋਸੈਸ ਆ ਅਥਾਰਟੀ ਨੂੰ ਤੇ ਟਾਸਕ ਨੂੰ ਸ਼ੇਅਰ ਕਰਨ ਦਾ ਫਰੋਮ ਸੁਪੀਰੀਅਰ ਟੂ ਸਬਆਰਡੀਨੇਟ। ਬਟ ਡੀਸੈਂਟਰਲਾਈਜੇਸ਼ਨ ਦਾ ਰਿਜ਼ਲਟ ਆਫ ਦਾ ਪੋਲਿਸੀ ਡਿਸੀਜ਼ਨ ਟੇਕਨ ਬਾਏ ਦਾ ਟਾਪ ਮੈਨੇਜਮੈਂਟ। ਅਗਰ ਇੱਕ ਵਾਰੀ ਡਿਸੀਜ਼ਨਸ ਨੂੰ ਇੱਕ ਵਾਰੀ ਡੀਸੈਂਟਰਲਾਈਜੇਸ਼ਨ ਕਰਨ ਦੇ ਨਾਲ ਟਾਰਗੇਟ ਵਧੀਆ ਕੰਪਲੀਟ ਹੁੰਦਾ ਆ ਤੇ ਉਹਨੂੰ ਬਾਰ-ਬਾਰ ਜਿਹੜੇ ਆ ਡਿਸੀਜ਼ਨ ਲੈਣ ਵਾਸਤੇ ਕਿਹਾ ਜਾਏਗਾ ਪੀਪਲਸ ਨੂੰ ਜਿਹੜੇ ਵਰਕ ਕਰਦੇ ਪਏ ਨੇ। ਸਕੋਪ, ਡੈਲੀਗੇਸ਼ਨ ਦਾ ਨੈਰੋ ਸਕੋਪ ਹੁੰਦਾ ਹੈ ਕਿਉਂਕਿ ਇਹ ਸਿਰਫ ਸੁਪੀਰੀਅਰ ਤੋਂ ਸਬਆਰਡੀਨੇਟ ਹੀ ਜਾਂਦੀ ਆ। ਵੇਅਰਸ ਡੀਸੈਂਟਰਲਾਈਜੇਸ਼ਨ ਦਾ ਵਾਈਡ ਸਕੋਪ ਹੁੰਦਾ ਹੈ ਕਿਉਂਕਿ ਇਹ ਫੁੱਲ ਆਰਗੇਨਾਈਜੇਸ਼ਨ ਦੇ ਵਿੱਚ ਡੈਲੀਗੇਟ ਕੀਤੀ ਜਾਂਦੀ ਆ। ਟਾਪ ਲੈਵਲ ਕਿਸੇ ਵੀ ਪਰਸਨ ਨੂੰ ਆਪਣੀ ਅਥਾਰਟੀ ਦੇ ਸਕਦਾ ਤੇ ਮਿਡਲ ਲੈਵਲ ਵੀ ਅੱਗੇ ਉਹ ਅਥਾਰਟੀ ਮੂਵ ਔਨ ਕਰ ਸਕਦਾ ਟੂ ਦਾ ਲੋਅਰ ਲੈਵਲ ਪੀਪਲ। ਐਂਡ ਦਾ ਲਾਸਟ ਪਰਪਸ, ਟੂ ਰਿਡਿਊਸ ਦਾ ਬਰਡਨ ਆਫ ਮੈਨੇਜਰ। ਡੈਲੀਗੇਸ਼ਨ ਹਮੇਸ਼ਾ ਮੈਨੇਜਰ ਦਾ ਬਰਡਨ ਰਿਡਿਊਸ ਕਰਦੀ ਹੈ, ਵੇਅਰਸ ਡੀਸੈਂਟਰਲਾਈਜੇਸ਼ਨ ਜਿਹੜੀ ਆ ਉਹ ਇਨਕਰੀਜ਼ ਕਰਦੀ ਹੈ ਰੋਲ ਆਫ ਦਾ ਲੋਅਰ ਲੈਵਲ ਪੀਪਲ ਕਿ ਉਹਨੇ ਕਿਸ ਤਰੀਕੇ ਨਾਲ ਵਰਕ ਕਰਨਾ ਹੈ। ਓਕੇ, ਸੋ ਵਿਦ ਦੀ ਹੈਲਪ ਆਫ ਸੈਂਟਰਲਾਈਜੇਸ਼ਨ ਐਂਡ ਡੀਸੈਂਟਰਲਾਈਜੇਸ਼ਨ ਟੋਪਿਕ ਸਾਡਾ ਆਰਗੇਨਾਈਜੇਸ਼ਨ ਚੈਪਟਰ ਜਿਹੜਾ ਉਹ ਕੰਪਲੀਟ ਹੋ ਗਿਆ ਹੈ ਬੇਟਾ ਜੀ। ਅਤੇ ਇਸ ਦੇ ਰਿਗਾਰਡਿੰਗ ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਹੈਗੀ ਆ ਯੂ ਕੈਨ ਆਸਕ ਮੀ ਔਨ ਮਾਈ ਵਟਸਐਪ ਨੰਬਰ ਐਂਡ ਇਫ ਯੂ ਹੈਵ ਐਨੀ ਕੁਵੇਰੀ ਓਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ। ਥੈਂਕਸ ਐਂਡ ਹੈਵ ਅ ਨਾਈਸ ਡੇ।